परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਵਰ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਕਰਮਜੀਤ ਕੌਰ ਦੀ ਹੈ, ਜਿਨ੍ਹਾਂ ਦੀ ਬੇਟੀ ਸਿਮਰਨ ਦਾ ਵਿਆਹ ਸੀ। ਸਿਸਟਰ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਸੀ ਕਿਉਂਕਿ ਪੈਸਿਆਂ ਦਾ ਅਰੇਂਜਮੈਂਟ ਨਹੀਂ ਸੀ ਹੋ ਰਿਹਾ। ਸਿਸਟਰ ਨੇ ਵਿਸ਼ਵਾਸ ਨਾਲ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਪ੍ਰਭੂ ਜੀ ਨੇ ਸਿਸਟਰ ਦੀ ਪੈਸਿਆਂ ਦਾ ਅਰੇਂਜਮੈਂਟ ਕਰਨ ਵਿੱਚ ਮਦਦ ਕੀਤੀ। ਸਿਸਟਰ ਦੱਸਦੇ ਹਨ ਕਿ ਵਿਆਹ ਬਹੁਤ ਵਧੀਆ ਹੋਇਆ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਈ। ਇਸ ਗਵਾਹੀ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਵੀ ਸਿਸਟਰ ਕਰਮਜੀਤ ਕੌਰ ਦੀ ਹੀ ਹੈ। ਉਹਨਾਂ ਦੀ ਗਾਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ। ਉਹ ਕੁਝ ਨਾ ਤਾਂ ਖਾ ਰਹੀ ਸੀ ਔਰ ਨਾ ਹੀ ਕੁਝ ਪੀ ਰਹੀ ਸੀ। ਸਿਸਟਰ ਨੇ ਵਿਸ਼ਵਾਸ ਨਾਲ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਅਗਲੇ ਦਿਨ ਹੀ ਉਹਨਾਂ ਦੀ ਗਾਂ ਬਿਲਕੁਲ ਠੀਕ ਹੋ ਗਈ। ਇਸ ਚੰਗਿਆਈ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅਸੀਂ ਸਭ ਨੇ ਹੀ ਅੱਜ ਦਾ ਟਾਈਟਲ ਪੜ੍ਹਿਆ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਬਾਈਬਲ ਲਿਖਣ ਦਾ ਅਸਲੀ ਮਤਲਬ ਕੀ ਸੀ। ਇਹ ਜੋ ਪਵਿੱਤਰ ਗ੍ਰੰਥ ਆ, ਇਹ ਆਖਿਰ ਕਿਉਂ ਲਿਖਿਆ ਗਿਆ ਔਰ ਕੀ ਮਕਸਦ ਸੀ ਇਹਨੂੰ ਲਿਖਣ ਦਾ। ਬਹੁਤ ਸਾਰੇ ਤਾਂ ਇਸ ਟਾਈਟਲ ਤੋਂ 50% ਤੱਕ ਤਾਂ ਸਮਝ ਹੀ ਗਏ ਹੋਣਗੇ ਕਿ ਕਿਉਂ ਲਿਖਿਆ ਗਿਆ ਆ। ਬਾਕੀ 50% ਡਾਊਟਸ ਅਸੀਂ ਵਚਨ ਨੂੰ ਪੜ੍ਹ ਕੇ ਕਲੀਅਰ ਕਰਾਂਗੇ ਕਿ ਆਖਿਰ ਕਿਉਂ ਲਿਖਿਆ ਗਿਆ ਪਵਿੱਤਰ ਗ੍ਰੰਥ। ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ। ਯੋਹੰਨਾ 8 ਦੀ 34 ਔਰ 35 ਨੰਬਰ ਆਇਤ ਨੂੰ। ਯੀਸ਼ੂ ਨੇ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ। ਇੱਕ ਗੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਹਮੇਸ਼ਾ ਘਰ ਵਿੱਚ ਰਹਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਯੀਸ਼ੂ ਨੇ ਆਖਿਆ। ਵਚਨ ਸਾਨੂੰ ਦੱਸਦਾ ਇਹ ਕਿਸੇ ਇਨਸਾਨ ਦੇ ਦੁਆਰਾ ਨਹੀਂ ਸ਼ਬਦ ਬੋਲੇ ਗਏ, ਕਿਸੇ ਦਾਸ ਦੇ ਦੁਆਰਾ ਨਹੀਂ ਬੋਲੇ ਗਏ, ਕਿਸੇ ਨਾਰਮਲ ਪਰਸਨ ਨੇ ਉੱਠ ਕੇ ਇਹ ਗੱਲ ਨਹੀਂ ਕਹੀ, ਪਰ ਵਚਨ ਸਾਨੂੰ ਦੱਸਦਾ ਕਿ ਯੀਸ਼ੂ ਨੇ ਕਿਹਾ। ਇਹ ਸਾਰੇ ਸ਼ਬਦ ਯੀਸ਼ੂ ਦੇ ਦੁਆਰਾ ਬੋਲੇ ਗਏ ਆ। ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਨਿਕਲੇ ਕਿ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਪਰਸਨ ਜਿਹੜਾ ਪਾਪ ਕਰਦਾ ਆ ਉਹ ਪਾਪ ਦਾ ਗੁਲਾਮ ਆ। ਇਹਦਾ ਮਤਲਬ ਜਿਹੜੇ ਸ਼ਬਦ ਯੀਸ਼ੂ ਨੇ ਕਹੇ, ਜੇ ਉਹ ਸਿਰਫ ਚੇਲਿਆਂ ਨੇ ਸੁਣੇ ਅਤੇ ਉਤੋਂ ਦੇ ਲੋਕਾਂ ਨੇ ਸੁਣੇ ਹੁੰਦੇ ਤਾਂ ਹੁਣ ਤੱਕ ਉਹਨਾਂ ਦਾ ਕੋਈ ਵਜੂਦ ਹੀ ਨਾ ਰਹਿੰਦਾ। ਕਿਉਂਕਿ ਸਾਡੇ ਪਿਓ ਦਾਦਿਆਂ ਨੇ ਜਿਹੜੇ ਸ਼ਬਦ ਬੋਲੇ ਆ ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਕੀ ਬੋਲਿਆ, ਕੀ ਕੀਤਾ, ਕੀ ਨਹੀਂ ਕੀਤਾ। ਪਰ ਯੀਸ਼ੂ ਨੇ ਜੋ ਬੋਲਿਆ ਉਹ ਹਰ ਇੱਕ ਚੀਜ਼ ਲਿਖੀ ਗਈ ਔਰ ਉਹਨੂੰ ਲਿਖਣ ਦਾ ਮਕਸਦ ਇਹ ਸੀ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਡੇ ਪਰਮੇਸ਼ਰ ਨੇ ਸਾਨੂੰ ਸਹੀ ਗਲਤ ਦੀ ਪਰਖ ਨਹੀਂ ਦਿੱਤੀ, ਸਾਨੂੰ ਕੁਝ ਦੱਸਿਆ ਹੀ ਨਹੀਂ ਗਿਆ, ਸਾਡੇ ਅੱਖਾਂ ਤੋਂ ਸਭ ਕੁਝ ਓਲਾ ਸੀ ਜਾਂ ਔਖੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਜਿਹੜੀ ਸਾਨੂੰ ਸਮਝ ਨਹੀਂ ਸੀ ਆਉਂਦੀ। ਅਸੀਂ ਅਨਪੜ੍ਹ ਸੀ, ਸਾਨੂੰ ਸਮਝ ਨਹੀਂ ਆਉਂਦੀ ਸੀ। ਪਰਮੇਸ਼ਰ ਨੇ ਹਰ ਤਰ੍ਹਾਂ ਦੇ ਰਾਹ ਕੱਢੇ। ਅੱਜ ਅਨਪੜ੍ਹ ਲੋਕਾਂ ਦੇ ਲਈ YouTube ਦੇ ਉੱਤੇ ਬੋਲ ਕੇ ਪ੍ਰਚਾਰ ਕੀਤਾ ਜਾਂਦਾ। ਜਿਹੜੇ ਪੜ੍ਹੇ ਲਿਖੇ ਨੇ ਉਹ ਪੜ੍ਹ ਸਕਦੇ ਨੇ ਕਿ ਯੀਸ਼ੂ ਨੇ ਆਖਿਆ ਆ। ਇਹ ਸਾਰੇ ਸ਼ਬਦ ਜੋ ਲਿਖੇ ਗਏ ਨੇ ਯੀਸ਼ੂ ਦੇ ਦੁਆਰਾ ਬੋਲੇ ਗਏ ਆ ਔਰ ਉਹਨੇ ਕਿਹਾ ਮੈਂ ਤੁਹਾਨੂੰ ਸੱਚ ਆਖਦਾ ਆ ਕਿ ਹਰੇਕ ਜੋ ਪਾਪ ਕਰਦਾ ਆ ਉਹ ਪਾਪ ਦਾ ਗੁਲਾਮ ਆ। ਪਵਿੱਤਰ ਗ੍ਰੰਥ ਲਿਖਿਆ ਗਿਆ ਕਿਉਂਕਿ ਇਹਨਾਂ ਵਚਨਾਂ ਦਾ ਇੱਕ ਮਤਲਬ ਸੀ ਔਰ ਉਹ ਮਤਲਬ ਸੀ ਕਿਉਂਕਿ ਉਹ ਵਚਨ ਸਾਰੇ ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲੇ ਗਏ। ਔਰ ਦੂਸਰਾ ਮਤਲਬ ਸੀ ਕਿ ਜੇ ਇਹ ਲਿਖੇ ਨਾ ਜਾਂਦੇ ਤਾਂ ਸਾਨੂੰ ਉਹ ਗਾਈਡੈਂਸ ਨਾ ਮਿਲਦੀ ਜਿਹੜੀ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੇ ਸੀ। ਇੱਕ ਟੀਚਰ ਹੈ ਜਦੋਂ ਸਾਨੂੰ ਸਪੀਚ ਦਿੰਦਾ ਆ ਤਾਂ ਅਸੀਂ
ਫਟਾਫਟ ਉਹਦੇ ਨੋਟ ਬਣਾ ਲੈਂਦੇ ਆ ਤਾਂ ਕਿ ਸਾਨੂੰ ਉਹ ਗੱਲ ਯਾਦ ਰਹਿ ਜਾਵੇ। ਪਰ ਬਹੁਤ ਵਾਰ ਜਦੋਂ ਅਸੀਂ ਕਿਸੇ ਲੈਕਚਰ ਨੂੰ ਸਿਰਫ ਸੁਣਦੇ ਹੀ ਹਾਂ, ਸਾਡੇ ਦਿਮਾਗ 'ਚ ਅੱਧੀਆਂ ਗੱਲਾਂ ਰਹਿੰਦੀਆਂ, ਅੱਧੀਆਂ ਨਿਕਲ ਜਾਂਦੀਆਂ, ਔਰ ਜਦੋਂ ਨੂੰ ਪੇਪਰ ਆਉਂਦੇ ਉਦੋਂ ਨੂੰ ਸਾਰੀਆਂ ਹੀ ਨਿਕਲ ਜਾਂਦੀਆਂ ਆ। ਇਸੇ ਕਰਕੇ ਅਸੀਂ ਫਟਾਫਟ ਲਿਖਦੇ ਹਾਂ ਨਾ, ਔਰ ਇਸੇ ਕਰਕੇ ਇਹ ਗੱਲਾਂ ਲਿਖੀਆਂ ਗਈਆਂ ਕਿਉਂਕਿ ਇਹ ਗੱਲਾਂ ਸੀ ਜਿਹੜੀਆਂ ਕਿਸੇ ਇੱਕ ਇਨਸਾਨ ਦੇ ਜਾਂ ਫਿਰ ਉਸੇ ਹੀ ਲੋਕਾਂ ਬਾਰੇ ਜਿਹੜੇ ਸੁਣ ਰਹੇ ਸੀਗੇ, ਸਿਰਫ ਉਹਨੇ ਕੁ ਲੋਕਾਂ ਬਾਰੇ ਹੀ ਨਹੀਂ ਸੀ ਕਹੇ ਗਏ। ਇਹ ਵਚਨ ਪੂਰੀ ਸ੍ਰਿਸ਼ਟੀ ਦੇ ਬਚਾਅ ਦੇ ਲਈ ਕਹੇ ਗਏ ਸੀ, ਔਰ ਜਦ ਤੱਕ ਧਰਤੀ ਦਾ ਅੰਤ ਨਾ ਹੋਵੇਗਾ ਉਦੋਂ ਤੱਕ ਇਹ ਵਚਨਾਂ ਦਾ ਬਹੁਤ ਵੱਡਾ ਮਹੱਤਵ ਹੈ। ਜਿਹੜੇ ਇਨਸਾਨ ਇੱਥੇ ਆਉਣਗੇ, ਬਹੁਤੇ ਆਉਣਗੇ ਚਲੇ ਜਾਣਗੇ, ਆਉਣਗੇ ਚਲੇ ਜਾਣਗੇ, ਵਚਨ ਪੜ੍ਹਨਗੇ, ਕੁਛ ਤਾਂ ਅਮਲ ਕਰ ਲੈਣਗੇ, ਕੁਛ ਕੁ ਛੱਡ ਦੇਣਗੇ। ਇਹ ਵਚਨ ਲਿਖਣ ਦਾ ਮਕਸਦ ਸੀ ਕਿ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਗਿਆਨ ਜਿਹੜਾ ਸਾਡੀ ਜ਼ਿੰਦਗੀ ਨੂੰ ਬਚਾਉਣ ਵਾਲਾ, ਸਿੱਧ ਕਰਨ ਵਾਲਾ, ਸੰਪੂਰਨ ਕਰਨ ਵਾਲਾ, ਸਾਨੂੰ ਸਹੀ ਰਾਹ ਦਿਖਾਉਣ ਵਾਲਾ ਆ, ਉਹ ਸਾਡੇ ਵਿਚਕਾਰ ਬਰਕਰਾਰ ਰਵੇ। ਹੁਣ ਪਰਮੇਸ਼ਰ ਨੇ ਆਪਣਾ ਮਕਸਦ ਪੂਰਾ ਕਰ ਦਿੱਤਾ ਇਸ ਵਚਨ ਨੂੰ ਲਿਖ ਕੇ ਕਿ ਕੋਈ ਮੇਰੇ ਤੇ ਕੱਲ੍ਹ ਨੂੰ ਇਸ ਗੱਲ ਦਾ ਦੋਸ਼ ਨਾ ਲਾਵੇ ਕਿ ਪਰਮੇਸ਼ਰ ਨੇ ਸਾਨੂੰ ਸਿਖਾਇਆ ਨਹੀਂ। ਹੁਣ ਪਰਮੇਸ਼ਰ ਨੇ ਆਪਣੀ ਸਿੱਖਿਆ ਇੱਕ ਕਿਤਾਬ ਦੇ ਵਿੱਚ ਲਿਖ ਦਿੱਤੀ। ਇੱਕ ਟੀਚਰ ਆਇਆ, ਉਹਨੇ ਚੈਪਟਰ ਪੜ੍ਹਾਇਆ, ਚੈਪਟਰ ਪੜ੍ਹਾ ਕੇ ਉਹਨੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਜੋ ਵੀ ਤੁਹਾਡੇ ਡਾਊਟਸ ਸੀ ਸਾਰੇ ਕਲੀਅਰ ਕਰਕੇ ਉਹ ਚਲਾ ਗਿਆ। ਜਿਹਨੇ ਤਾਂ ਲਿਖ ਲਿਆ, ਜਿਹਨੇ ਯਾਦ ਕਰ ਲਿਆ, ਤੇ ਜਦੋਂ ਪੇਪਰ ਆਏਗਾ ਉਦੋਂ ਲਿਖ ਵੀ ਦੇਵੇਗਾ ਤੇ ਉਹ ਪਾਸ ਵੀ ਹੋ ਜਾਏਗਾ। ਪਰ ਜਿਹਨੇ ਸਿਰਫ ਸੁਣਿਆ ਅਤੇ ਉੱਥੇ ਹੀ ਛੱਡ ਦਿੱਤਾ, ਤੇ ਜਦੋਂ ਅੰਤ ਦਾ ਵੇਲਾ ਆਏਗਾ ਉਦੋਂ ਕੀ ਹੋਏਗਾ? ਉਹ ਫੇਲ ਹੋ ਜਾਏਗਾ। ਉਸੇ ਤਰ੍ਹਾਂ ਹੀ ਵਚਨ ਹੈ ਜਿਹੜਾ ਤਾਂ ਪਰਮੇਸ਼ਰ ਦਾ ਵਚਨ ਉਹਨੇ ਭੇਜਿਆ, ਸਦਾ ਤੋਂ ਚੱਲਿਆ ਆ ਰਿਹਾ। ਅੱਜ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਨੇ ਇਹਨਾਂ ਵਚਨਾਂ ਨੂੰ ਸੁਣਿਆ, ਉਧਾਰ ਪਾਇਆ ਔਰ ਉਸ ਜੀਵਨ ਦੇ ਮੁਕਤ ਦੇ ਹਿੱਸੇਦਾਰ ਹੋ ਗਏ। ਪਤਾ ਨਹੀਂ ਕਿੰਨੇ ਸੀ ਜਿਨ੍ਹਾਂ ਨੇ ਸੁਣਿਆ ਤੇ ਮਖੌਲ ਵਿੱਚ ਉਡਾ ਦਿੱਤਾ। ਪਤਾ ਨਹੀਂ ਕਿੰਨੇ ਸੀ ਜਿਨ੍ਹਾਂ ਨੇ ਸੁਣਿਆ ਤੇ ਯਾਦ ਵੀ ਨਹੀਂ ਰੱਖਿਆ। ਪਤਾ ਨਹੀਂ ਕਿੰਨੇ ਸੀ ਜਿਨ੍ਹਾਂ ਨੇ ਇਹਨੂੰ ਆਪਣੀ ਜ਼ਿੰਦਗੀ ਸਮਝ ਲਿਆ। ਪਤਾ ਨਹੀਂ ਕਿੰਨਿਆਂ ਨੇ ਹੀ ਇਸ ਵਚਨ ਤੋਂ ਉਸ ਸਦਾ ਦੇ ਜੀਵਨ ਤੱਕ ਦਾ ਰਾਹ ਲੱਭ ਲਿਆ। ਪਰ ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਵਚਨਾਂ ਨੂੰ ਸੁਣਨ ਤੋਂ ਬਾਅਦ ਵੀ ਅੰਤ ਦੇ ਸਮੇਂ ਦੇ ਵਿੱਚ ਫੇਲ ਕੀਤੇ ਜਾਣਗੇ, ਉਹ ਸਵਰਗ ਦੇ ਵਿੱਚ ਦਾਖਲ ਨਹੀਂ ਹੋਣਗੇ। ਇਸ ਬਾਈਬਲ ਨੂੰ ਲਿਖਣ ਦਾ ਮਕਸਦ ਸਾਡੀ ਜ਼ਿੰਦਗੀ ਨੂੰ ਬਚਾਉਣਾ ਆ, ਤਾਂ ਜੋ ਅਸੀਂ ਇਹਨਾਂ ਨੂੰ ਸੁਣੀਏ ਕਿ ਇਹ ਸ਼ਬਦ ਸਾਰੇ ਪਰਮੇਸ਼ਰ ਦੇ ਪੁੱਤਰ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਆ, ਔਰ ਇਹਨਾਂ ਸ਼ਬਦਾਂ ਦਾ ਮਤਲਬ ਸਾਨੂੰ ਸਾਡੀ ਜ਼ਿੰਦਗੀ ਨੂੰ ਸੁਧਾਰਨਾ ਆ। ਕਹਿੰਦਾ ਜੇ ਤਾਂ ਤੁਸੀਂ ਪਾਪ ਵਿੱਚ ਆ ਤਾਂ ਮਤਲਬ ਤੁਸੀਂ ਗੁਲਾਮ ਆ, ਔਰ ਇੱਕ ਗੁਲਾਮ ਕਹਿੰਦਾ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ। ਇੱਕ ਨਲਾਇਕ ਬੱਚਾ ਜਿਹੜਾ ਉਹ ਕਦੇ ਵੀ ਦੂਜੀ ਕਲਾਸ 'ਚ ਸ਼ਿਫਟ ਨਹੀਂ ਹੋਏਗਾ। ਕਹਿੰਦਾ ਉਸੇ ਤਰ੍ਹਾਂ ਜਿਹੜਾ ਗੁਲਾਮ ਆ ਉਹਨੂੰ ਕੋਈ ਸਕੂਲ ਨਹੀਂ ਰੱਖੇਗਾ। ਨਲਾਇਕ ਬੱਚੇ ਨੂੰ ਸਕੂਲ ਨਹੀਂ ਰੱਖੇਗਾ। ਜਿਹੜਾ ਗੁਲਾਮ ਹੋਏਗਾ ਉਹਨੂੰ ਪਰਮੇਸ਼ਰ ਵੀ ਨਹੀਂ ਰੱਖੇਗਾ। ਜਿਹੜਾ ਪਾਪ ਦਾ ਗੁਲਾਮ ਹੈ ਉਹਨੂੰ ਪ੍ਰਭੂ ਵੀ ਕਹੇਗਾ ਕਿ ਤੂੰ ਮੇਰੇ ਇਸ ਜਗ੍ਹਾ ਦੇ ਵਿੱਚ ਅੰਦਰ ਦਾਖਲ ਨਹੀਂ ਹੋ ਸਕਦਾ। ਪਰ ਕਹਿੰਦਾ ਜਿਹੜਾ ਪੁੱਤਰ ਆ ਉਹੀ ਹਮੇਸ਼ਾ ਪ੍ਰਭੂ ਦੇ ਘਰ 'ਚ ਰਹਿੰਦਾ। ਜਿਹੜਾ ਹੁਸ਼ਿਆਰ ਬੱਚਾ ਉਹੀ ਅਗਲੀ ਕਲਾਸ 'ਚ ਜਾਏਗਾ। ਜਿਹੜਾ ਨਲਾਇਕ ਹੋਏਗਾ ਉਹਨੂੰ ਅਗਲੀ ਕਲਾਸ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਉਸੇ ਤਰ੍ਹਾਂ ਜਿਹੜਾ ਤਾਂ ਇਸ ਧਰਤੀ ਦੇ ਉੱਤੋਂ ਇਸ ਧਰਤੀ ਦੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਪਾਪ ਦੀ ਗੁਲਾਮੀ ਦੇ ਵਿੱਚੋਂ ਬਾਹਰ ਨਿਕਲ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਜਾਏਗਾ, ਪਰਮੇਸ਼ਰ ਦੇ ਪਵਿੱਤਰ ਭਵਨ ਦੇ ਵਿੱਚ ਦਾਖਲ ਹੋਣ ਦੇ ਯੋਗ ਹੋਵੇਗਾ, ਪਾਪ ਦੇ ਉੱਤੇ ਫਤਿਹ ਪਾਏਗਾ, ਸੰਸਾਰਿਕ ਅਤੇ ਸਰੀਰਕ ਦੁੱਖਾਂ ਤੋਂ ਫਤਿਹ ਪਾਵੇਗਾ। ਜਿਹੜਾ ਆਪਣੀ ਫਤਿਹ ਪਾ ਲਵੇਗਾ ਉਹੀ ਬਚਾਇਆ ਜਾਵੇਗਾ। ਜਿਹੜਾ ਰਹਿ ਗਿਆ, ਜਿਹਨੇ ਸੰਸਾਰ ਨੂੰ ਹੀ ਪ੍ਰਾਪਤ ਕਰਨ ਦੀ ਦੌੜ 'ਚ ਲੱਗਾ ਰਿਹਾ, ਉਹ ਪਰਮੇਸ਼ਰ ਦੇ ਉਸ ਪਵਿੱਤਰ ਭਵਨ ਦੇ ਵਿੱਚ ਦਾਖਲ ਨਹੀਂ ਹੋ ਪਾਵੇਗਾ। ਇਸ ਵਚਨ ਨੂੰ ਲਿਖਣ ਦਾ ਮਕਸਦ ਅਸੀਂ ਜਾਣਿਆ ਕਿ ਪਰਮੇਸ਼ਰ ਦੇ ਮੂੰਹ 'ਚੋਂ ਨਿਕਲੀ ਹੋਈ ਸਿੱਖਿਆ ਨੂੰ ਸਾਡੀ ਜ਼ਿੰਦਗੀ ਨੂੰ ਸਿੱਧ ਬਣਾਉਣ ਦੇ ਲਈ ਲਿਖਿਆ ਗਿਆ। ਪਰ ਲਿਖਣ ਵਾਲੇ ਨੇ ਫਰਜ਼ ਪੂਰਾ ਕਰ ਦਿੱਤਾ ਕਿ ਪੜ੍ਹਨ ਵਾਲੇ ਆਪਣਾ ਫਰਜ਼ ਪੂਰਾ ਕਰ ਰਹੇ ਨੇ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ? ਨੈਕਸਟ ਵਚਨ 'ਚੋਂ ਅਸੀਂ ਪੜ੍ਹਾਂਗੇ ਯਾਕੂਬ 1:21 ਔਰ 22 ਨੰਬਰ ਆਇਤ ਨੂੰ। ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ ਮੰਦ ਅਤੇ ਵੈਰ ਵਿਰੋਧ ਨੂੰ ਦੂਰ ਕਰਕੇ ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ, ਪਰ ਵਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਹੜਾ ਪਾਪ ਦੀ ਗੁਲਾਮੀ ਦੇ ਵਿੱਚ ਆ ਉਹ ਪ੍ਰਭੂ ਦੇ ਸਵਰਗ 'ਚ ਨਹੀਂ ਵੜ ਸਕਦਾ। ਔਰ ਵਚਨ ਨੂੰ ਲਿਖਣ ਦਾ ਮਤਲਬ ਸੀ ਕਿ ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਹੋਣ ਔਰ ਉਹਨੂੰ ਅਸੀਂ ਸੁਣੀਏ ਔਰ ਉਹਦੇ 'ਤੇ ਅਸੀਂ ਅਮਲ ਕਰੀਏ ਔਰ ਹਰ ਪ੍ਰਕਾਰ ਦੇ ਪਾਪ, ਗੰਦ ਮੰਦ, ਵੈਰ ਵਿਰੋਧ ਤੋਂ ਦੂਰ ਰਹੀਏ। ਔਰ ਇਹ ਜੋ ਵਚਨ ਪਵਿੱਤਰ ਗ੍ਰੰਥ ਦੇ ਵਿੱਚ ਸਾਡੇ ਲਈ ਲਿਖਿਆ ਗਿਆ, ਔਰ ਜਦੋਂ ਕਿਸੇ ਦਾਸ ਦੇ ਦੁਆਰਾ, ਪਰਮੇਸ਼ਰ ਦੇ ਕਿਸੇ ਵੀ ਪਰਸਨ ਦੇ ਦੁਆਰਾ ਇਹ ਸ਼ਬਦ ਤੁਹਾਨੂੰ ਦੱਸਿਆ ਜਾਂਦਾ, ਤੁਹਾਡੇ ਹਿਰਦੇ 'ਚ ਬੀਜਿਆ ਜਾਂਦਾ, ਤਾਂ ਉਸ ਬੀਜੇ ਹੋਏ ਬੀਜ ਨੂੰ ਆਪਣੀਆਂ ਜਾਨਾਂ ਦੇ ਬਚਾਓ ਦੇ ਲਈ ਇਸਤੇਮਾਲ ਕਰੋ।
ਇਹ ਜੋ ਵਚਨ ਲਿਖੇ ਗਏ ਆ ਇਹ ਸਿਰਫ ਪੜ੍ਹ ਕੇ ਸੁਣਨ ਦੇ ਲਈ ਨਹੀਂ ਲਿਖੇ ਗਏ, ਜਾਂ ਫਿਰ ਪੜ੍ਹ ਕੇ ਛੱਡ ਦੇਣ ਦੇ ਲਈ ਨਹੀਂ ਲਿਖੇ ਗਏ, ਜਾਂ ਫਿਰ ਸੁਣਿਆ ਅਤੇ ਬਸ ਕੰਮ ਪੂਰਾ ਹੋ ਗਿਆ ਇਹਦੇ ਲਈ ਨਹੀਂ ਲਿਖੇ ਗਏ। ਕਹਿੰਦਾ ਪਰ ਨਮਰਤਾ ਦੇ ਨਾਲ ਇਹਨੂੰ ਕਬੂਲ ਵੀ ਕਰੋ, ਕਿਉਂਕਿ ਇਹ ਤੁਹਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਬੀਜਿਆ ਗਿਆ ਆ। ਹਾਲੇਲੂਇਆ। ਇਹ ਜੋ ਵਚਨ ਲਿਖਿਆ ਗਿਆ ਤੁਹਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਲਿਖਿਆ ਗਿਆ, ਤੁਹਾਨੂੰ ਸੁਣਾਇਆ ਗਿਆ, ਤੁਹਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਸੁਣਾਇਆ ਗਿਆ। ਇਸ ਲਈ ਲਿਖਣ ਵਾਲੇ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ, ਸੁਣਾਉਣ ਵਾਲੇ ਨੇ ਵੀ ਆਪਣਾ ਫਰਜ਼ ਪੂਰਾ ਕਰ ਦਿੱਤਾ, ਪਰ ਅਮਲ ਕਰਨ ਵਾਲੇ ਦਾ ਫਰਜ਼ ਹਜੇ ਬਾਕੀ ਆ। ਜਿਹੜੇ ਸੁਣਦੇ ਨੇ ਉਹਨਾਂ ਦਾ ਹਜੇ ਕੰਮ ਬਾਕੀ ਆ ਕਿ ਕੀ ਉਹ ਸੁਣਨ ਤੋਂ ਬਾਅਦ ਅਮਲ ਕਰਦੇ ਆ, ਕਿ ਇਹ ਜਿਹੜਾ ਜਾਨਾਂ ਨੂੰ ਬਚਾਉਣ ਵਾਲਾ ਵਚਨ ਆ ਕਿ ਇਸ ਵਚਨ ਨੂੰ ਆਪਣੀ ਜਾਨ ਬਚਾਉਣ ਦੇ ਲਈ ਇਸਤੇਮਾਲ ਕਰਦੇ ਆ, ਕਿ ਉਹ ਇਸ ਚੀਜ਼ 'ਤੇ ਕੰਮ ਕਰਦੇ ਆ ਕਿ ਇਹ ਜਿਹੜਾ ਵਚਨ ਮੈਨੂੰ ਦੱਸਿਆ ਗਿਆ ਇਹ ਮੇਰੀ ਜ਼ਿੰਦਗੀ ਦੇ ਵਿੱਚ ਕਿੱਥੇ ਰਿਲੇਟ ਕਰਦਾ। ਔਰ ਜਦੋਂ ਵੀ ਕਿਤੇ ਉਹ ਕਿਤੇ ਵੈਰ ਵਿਰੋਧ 'ਚ ਪੈਣ ਤਾਂ ਉਸੇ ਵੇਲੇ ਉਹਨਾਂ ਨੂੰ ਵਚਨ ਯਾਦ ਆਵੇ ਤਾਂ ਉਸੇ ਸਮੇਂ ਉਸ ਵੈਰ ਵਿਰੋਧ ਤੋਂ ਨਿਕਲਣ, ਹਰ ਪ੍ਰਕਾਰ ਦੀ ਬਦੀ ਅਤੇ ਪਾਪ ਤੋਂ ਬਚਣ ਅਤੇ ਆਪਣੇ ਬੀਜੇ ਹੋਏ ਬੀਜ ਦੀ ਹਿਫਾਜ਼ਤ ਕਰਨ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਮਖੌਲੀਆਂ ਦੀ ਮੰਡਲੀ ਵਿੱਚ ਬਹਿ ਜਾਓ ਅਤੇ ਆਪਣੇ ਆਪ ਨੂੰ ਗਲਤ ਸੰਗਤੀ ਵਿੱਚ ਪਾ ਕੇ ਇਸ ਬੀਜੇ ਹੋਏ ਬੀਜ ਦਾ ਨਾਸ਼ ਕਰ ਦਿਓ। ਪਰਮੇਸ਼ਰ ਨੇ ਲਿਖਤਾ, ਸੁਣਾਉਣ ਵਾਲੇ ਨੇ ਸੁਣਾ ਦਿੱਤਾ, ਤੁਹਾਡੇ ਦਿਲ ਦੇ ਅੰਦਰ ਬੀਜ ਦਿੱਤਾ, ਪਰ ਜਿਹਨੇ ਸੁਣਿਆ ਕੀ ਉਹਨੇ ਅਮਲ ਕੀਤਾ, ਕੀ ਉਹਨੇ ਆਪਣੇ ਇਸ ਬੀਜੇ ਹੋਏ ਬੀਜ ਦੀ ਹਿਫਾਜ਼ਤ ਕੀਤੀ, ਕੀ ਉਹਦਾ ਇਹ ਬੀਜਿਆ ਹੋਇਆ ਬੀਜ ਕਦੇ ਦਰਖਤ ਬਣੇਗਾ, ਇਹਨੂੰ ਫਲ ਲੱਗਣਗੇ? ਜਿਹਨੂੰ ਫਲ ਲੱਗਣਗੇ ਉਹੀ ਵਰਦਾਨ ਪਾਵੇਗਾ, ਜਿਹਦੇ ਕੋਲੇ ਵਰਦਾਨ ਹੋਣਗੇ ਉਹੀ ਸਵਰਗ ਜਾਏਗਾ, ਔਰ ਜਿਹੜਾ ਅਮਲ ਕਰੇਗਾ ਉਹੀ ਸਾਰੇ ਚੀਜ਼ਾਂ ਦੇ ਯੋਗ ਹੋਵੇਗਾ। ਜਿਹੜਾ ਸੁਣੇਗਾ ਤੇ ਛੱਡ ਦੇਵੇਗਾ, ਨਾ ਉਹਨੂੰ ਫਲ ਲੱਗਣਗੇ, ਨਾ ਉਹਦਾ ਵ੍ਰਿਸ਼ ਬਣੇਗਾ, ਨਾ ਉਹਨੂੰ ਵਰਦਾਨ ਮਿਲਣਗੇ, ਨਾ ਹੀ ਉਹ ਸਵਰਗ 'ਚ ਜਾਏਗਾ। ਇਸ ਲਈ ਵਚਨ ਕਹਿੰਦਾ ਆਪਣੇ ਆਪ ਨੂੰ ਧੋਖਾ ਦੇ ਕੇ ਸਿਰਫ ਸੁਣਨ ਵਾਲੇ ਹੀ ਨਾ ਬਣੋ, ਸਿਰਫ ਸੁਣੋ ਹੀ ਨਾ, ਪਰ ਇਸ ਬੀਜੇ ਹੋਏ ਬੀਜ ਨੂੰ, ਜਿਹੜਾ ਵਚਨ ਤੁਹਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਬੀਜਿਆ ਗਿਆ ਆ, ਇਸ ਵਚਨ ਦੇ ਉੱਤੇ ਅਮਲ ਵੀ ਕਰੋ। ਕਹਿੰਦਾ ਜੇ ਤੁਸੀਂ ਅਮਲ ਨਹੀਂ ਕਰਦੇ, ਸਿਰਫ ਸੁਣ ਕੇ ਛੱਡ ਦਿੰਦੇ ਆ, ਤਾਂ ਕਹਿੰਦਾ ਤੁਸੀਂ ਹੋਰ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਆ। ਕਿਉਂਕਿ ਪਰਮੇਸ਼ਰ ਤਾਂ ਹਿਰਦਿਆਂ ਨੂੰ ਜਾਣਦਾ ਆ, ਉਹ ਜਾਣਦਾ ਤੁਹਾਡੇ ਦਿਲ 'ਚ ਕੀ ਚੱਲ ਰਿਹਾ। ਤੁਸੀਂ ਸੰਸਾਰ ਨੂੰ ਦਿਖਾਵੇ ਦੇ ਲਈ ਉੱਚੀ ਆਵਾਜ਼ ਦੇ ਵਿੱਚ ਪ੍ਰੇਅਰ ਲਗਾ ਕੇ ਬਹਿ ਜਾਂਦੇ ਕਿ ਸਾਨੂੰ ਵੇਖਣ ਲੋਕ, ਮੇਰੇ ਪਰਿਵਾਰ ਦੇ ਵੇਖਣ ਕਿ ਇਹਨੇ ਪ੍ਰੇਅਰ ਸੁਣੀ ਆ, ਪਰ ਸਿਰਫ ਸੁਣਨਾ ਹੀ ਕਾਫੀ ਨਹੀਂ ਆ, ਉਹਦੇ 'ਤੇ ਅਮਲ ਵੀ ਕਰਨਾ ਪਏਗਾ, ਔਰ ਜਿਹੜਾ ਅਮਲ ਕਰੇਗਾ ਉਹੀ ਬਚਾਇਆ ਜਾਵੇਗਾ। ਔਰ ਜਿਹੜਾ ਸਿਰਫ ਸੁਣ ਕੇ ਆਪਣੇ ਆਪ ਨੂੰ ਸਮਝੇਗਾ ਕਿ ਮੈਂ ਪ੍ਰੇਅਰ ਸੁਣੀ ਔਰ ਮੇਰਾ ਕੰਮ ਪੂਰਾ ਹੋ ਗਿਆ, ਉਹ ਸਿਰਫ ਤੇ ਸਿਰਫ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ, ਕਿਉਂਕਿ ਜਿਹੜਾ ਅਮਲ ਨਹੀਂ ਕਰਦਾ ਉਹਦਾ ਸੁਣਨ ਦਾ ਕੋਈ ਫਾਇਦਾ ਨਹੀਂ ਆ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ 2 ਤਿਮੋਥੀਓ ਦੇ 3 ਨੰਬਰ ਅਧਿਆਇ ਦੀ 16 ਔਰ 17 ਨੰਬਰ ਆਇਤ ਨੂੰ। ਸਾਰਾ ਪਵਿੱਤਰ ਗ੍ਰੰਥ ਪਰਮੇਸ਼ਰ ਦੇ ਆਤਮਾ ਦੀ ਪ੍ਰੇਰਣਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ ਕਿ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰ ਭਲੇ ਕੰਮ ਲਈ ਤਿਆਰ ਹੋਇਆ ਹੋਵੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਪਵਿੱਤਰ ਗ੍ਰੰਥ ਕਿੱਦਾਂ, ਕਿਵੇਂ ਅਤੇ ਕਿਉਂ ਲਿਖਿਆ ਗਿਆ। ਪਵਿੱਤਰ ਗ੍ਰੰਥ ਜਿਹੜਾ ਲਿਖਿਆ ਗਿਆ, ਕਹਿੰਦਾ ਇਹ ਕਿਸੇ ਵੀ ਇਨਸਾਨ ਦੇ ਮਤ ਨਹੀਂ ਆ, ਕਿਸੇ ਇਨਸਾਨ ਨੇ ਆਪਦੇ ਮਨ ਵਿੱਚੋਂ ਜੋ ਕੁਛ ਆਇਆ ਉਹ ਨਹੀਂ ਲਿਖਿਆ। ਕਹਿੰਦਾ ਇਹ ਸਾਰਾ ਦਾ ਸਾਰਾ ਗ੍ਰੰਥ ਪਵਿੱਤਰ ਆਤਮਾ ਦੀ ਪ੍ਰੇਰਣਾ ਦੇ ਦੁਆਰਾ ਲਿਖਿਆ ਗਿਆ ਆ। ਹਾਲੇਲੂਇਆ। ਜਿਹਨੇ ਵੀ ਲਿਖਿਆ, ਪਵਿੱਤਰ ਆਤਮਾ ਨੇ ਉਹਨੂੰ ਜੋ ਜੋ ਬੋਲਿਆ ਉਹਨੇ ਉਹੀ ਲਿਖਿਆ। ਔਰ ਇਹਦੇ ਵਿੱਚ ਜੋ ਵਚਨ ਲਿਖੇ ਗਏ ਆ, ਵਚਨ ਕਹਿੰਦਾ ਉਹ ਸਿੱਖਿਆ ਦੇ ਲਈ, ਤੁਹਾਨੂੰ ਤਾੜਨ ਦੇ ਲਈ, ਸੁਧਾਰਨ ਦੇ ਲਈ ਅਤੇ ਧਾਰਮਿਕਤਾ ਦੀ ਸਿੱਖਿਆ ਦੇ ਲਈ ਲਿਖਿਆ ਗਿਆ ਆ। ਹਾਲੇਲੂਇਆ। ਤੁਹਾਨੂੰ ਤੁਹਾਡੇ ਧਰਮ ਬਾਰੇ ਪਤਾ ਲੱਗੇ ਕਿ ਪਰਮੇਸ਼ਰ ਦੇ ਲਈ ਧਾਰਮਿਕਤਾ ਦੇ ਕੰਮ ਕਿਹੜੇ ਆ। ਤੁਸੀਂ ਸਿੱਖੋ ਇਸ ਵਚਨ ਤੋਂ, ਕਿਉਂਕਿ ਇਸ ਬਾਈਬਲ ਦੇ ਵਿੱਚ ਸਿਖਾਉਣ ਵਾਲੀਆਂ ਗੱਲਾਂ ਕਿ ਹਰ ਇੱਕ ਦਾ ਭਲਾ ਕਰ, ਬੁਰੇ ਦਾ ਵੀ ਪ੍ਰਾਰਥਨਾ ਕਰ, ਆਪਣੇ ਵੈਰੀ ਲਈ ਵੀ ਪ੍ਰਾਰਥਨਾ ਕਰ, ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਕਰ, ਇਹ ਸਾਨੂੰ ਸਿੱਖਿਆ ਦਿੰਦੇ ਆ। ਔਰ ਤਾੜਨਾ ਸਾਨੂੰ ਦਿੱਤੀ ਜਾਂਦੀ, ਉਹਦੇ 'ਚ ਲਿਖਿਆ ਕਿ ਇਹ ਪੁੱਤਰ ਆਪਣੀ ਬੁੱਧ ਦੇ ਉੱਤੇ ਭਰੋਸਾ ਨਾ ਰੱਖ, ਆਪਣੇ ਬਾਪ ਦੀ ਸਿੱਖਿਆ ਵੱਲ ਧਿਆਨ ਦੇ, ਆਪਣੀ ਮਾਂ ਨੂੰ ਬੁਢਾਪੇ ਵੇਲੇ ਸਾਂਭ, ਆਪਣੇ ਬੱਚਿਆਂ ਦਾ ਸਹੀ ਤਰੀਕੇ ਨਾਲ ਵਿਵਸਥਾ ਕਰ, ਆਪਣੇ ਘਰ ਪਰਿਵਾਰ ਦੇ ਵਿੱਚ ਪਰਮੇਸ਼ਰ ਦੇ ਵਚਨਾਂ ਦਾ ਵਰਣਨ ਕਰ, ਪਰਮੇਸ਼ਰ ਦੇ ਨਾਲ ਆਗਿਆ ਬਣਿਆ ਰਹਿ। ਸਾਨੂੰ ਤਾੜਨਾ ਦਿੱਤੀ ਜਾਂਦੀ ਔਰ ਸਾਨੂੰ ਸੁਧਾਰਨ ਲਈ ਕਿ ਹਰ ਇੱਕ ਗੰਦਮੰਦ ਤੋਂ ਦੂਰ ਰਹਿ, ਝੂਠ ਫਰੇਬ ਤੋਂ ਆਪਣੇ ਆਪ ਨੂੰ ਸਾਈਡ 'ਤੇ ਕਰ ਲਾ, ਔਰ ਜਨਾਹ ਨਾ ਕਰ, ਚੋਰੀ ਨਾ ਕਰ, ਹੰਕਾਰ ਨਾ ਰੱਖ। ਹਰ ਇੱਕ ਸ਼ਬਦ ਸਾਨੂੰ ਸਿਖਾਉਂਦਾ ਆ, ਸਾਨੂੰ ਤਾੜਦਾ ਆ, ਸਾਨੂੰ ਸੁਧਾਰਦਾ ਆ ਔਰ ਧਾਰਮਿਕਤਾ ਦੀ ਸਿੱਖਿਆ ਦਿੰਦਾ ਆ। ਕਹਿੰਦਾ ਕਿ ਬੰਦਾ ਕੀ ਕਰੇ, ਕਾਬਿਲ ਹੋਵੇ ਅਤੇ ਹਰ ਇੱਕ ਭਲੇ ਕੰਮ ਦੇ ਲਈ ਤਿਆਰ ਵੀ ਹੋਵੇ। ਹਾਲੇਲੂਇਆ।
ਕਾਬਿਲ ਬਣਾਉਣ ਦੇ ਲਈ, ਕਿਉਂਕਿ ਪਰਮੇਸ਼ਰ ਜਾਣਦਾ ਸੀ ਕਿ ਭਾਵੇਂ ਮੈਂ ਅੱਜ ਇਹਨਾਂ ਦੇ ਪਾਪਾਂ ਨੂੰ ਮਾਫ ਕਰਕੇ ਆਪਣੀ ਜ਼ਿੰਦਗੀ ਦੇਣ ਹੀ ਵਾਲਾ ਆ, ਪਰ ਇਹ ਉਹੋ ਜਿਹੇ ਆ ਕਿ ਇਹਨਾਂ ਨੇ ਫਿਰ ਤੋਂ ਪਾਪ ਸ਼ੁਰੂ ਕਰ ਹੀ ਦੇਣੇ ਆ। ਉਸੇ ਲਈ ਉਹਨੇ ਉਹ ਸਾਰੇ ਵਚਨ ਲਿਖ ਦਿੱਤੇ, ਲਿਖਵਾ ਲਏ ਉਹਨੇ ਆਤਮਾ ਦੇ ਦੁਆਰਾ। ਉਹਨੇ ਸਾਰਾ ਵਰਣਨ ਕਰਵਾ ਲਿਆ ਕਿ ਜੋ ਆਉਣ ਵਾਲਾ ਬੰਦਾ ਆ, ਬੇਸ਼ੱਕ ਉਹਦੇ ਵਿੱਚ ਮੈਂ ਨਹੀਂ ਹੋਵਾਂਗਾ, ਪਰ ਮੇਰੇ ਇਹ ਜ਼ਿੰਦਾ ਵਚਨ ਹੋਣਗੇ ਜਿਹੜੇ ਤਾੜਨ, ਸੁਧਾਰਨ ਤੇ ਸਿੱਖਿਆ ਦੇਣ ਵਾਲੇ ਹੋਣਗੇ, ਤਾਂ ਕਿ ਜਿਹੜਾ ਬੰਦਾ ਸੁਣੇ, ਕਹਿੰਦਾ ਉਹ ਕਾਬਿਲ ਅਤੇ ਹਰ ਭਲੇ ਕੰਮ ਦੇ ਲਈ ਤਿਆਰ ਹੋਵੇ, ਪਰਮੇਸ਼ਰ ਦੇ ਕੰਮਾਂ ਦੇ ਲਈ ਤਿਆਰ ਹੋਵੇ। ਪਰ ਕੀ ਅਸੀਂ ਪਰਮੇਸ਼ਰ ਦੇ ਕੰਮਾਂ ਦੇ ਲਈ ਤਿਆਰ ਆ? ਵਚਨ 'ਚੋਂ ਅਸੀਂ ਪੜਾਂਗੇ ਇਬਰਾਨੀਆਂ 5:12 ਨੰਬਰ ਆਇਤ ਨੂੰ, ਕਿਉਂ ਜੋ ਬਹੁਤ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ, ਪਰ ਤੁਹਾਨੂੰ ਲੋੜ ਹੈ ਕਿ ਕੋਈ ਤੁਹਾਨੂੰ ਪਰਮੇਸ਼ਰ ਦੇ ਵਚਨਾਂ ਦੇ ਮੁੱਢਲੇ ਸਿਧਾਂਤਾਂ ਨੂੰ ਫਿਰ ਸਿਖਾਵੇ, ਅਤੇ ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ? ਅੱਜ ਬਹੁਤ ਸਾਰੇ ਅਜਿਹੇ ਭੈਣ ਭਾਈ ਹੋਣਗੇ ਜਿਹੜੇ ਬੜੇ ਲੰਬੇ ਸਮੇਂ ਤੋਂ ਮਸੀਹ ਦੇ ਵਿੱਚ ਆ, 10 ਸਾਲਾਂ ਤੋਂ, 12 ਸਾਲਾਂ ਤੋਂ, ਕਈ ਜਨਮ ਤੋਂ ਹੀ, ਕਈ ਥੋੜ੍ਹੇ ਸਮੇਂ ਤੋਂ ਨਹੀਂ, ਪਰ ਜਿਹੜੇ ਬਹੁਤੇ ਲੰਮੇ ਸਮੇਂ ਤੋਂ ਆ, ਉਹਨਾਂ ਨੂੰ ਵਚਨ ਕਹਿੰਦਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਤੁਸੀਂ ਪ੍ਰਭੂ ਦੇ ਵਚਨਾਂ ਨੂੰ ਸੁਣ ਰਹੇ ਆ, ਤਾਂ ਤੁਹਾਨੂੰ ਤਾਂ ਉਪਦੇਸ਼ਕ ਹੋਣਾ ਚਾਹੀਦਾ ਸੀ, ਕਿਉਂਕਿ ਪਰਮੇਸ਼ਰ ਦਾ ਜਿਹੜਾ ਗਿਆਨ ਆ ਉਹ ਤਾਂ ਇੱਕ ਵਚਨ ਦੇ ਨਾਲ ਹੀ ਅੱਖਾਂ ਨੂੰ ਖੋਲ੍ਹ ਦਿੰਦਾ ਆ। ਤਾਂ ਫਿਰ ਤੁਸੀਂ ਹਜੇ ਤੱਕ ਕਹਿੰਦਾ ਉਹ ਕੰਮ ਸ਼ੁਰੂ ਕਿਉਂ ਨਹੀਂ ਕੀਤਾ? ਲਾਸਟ ਵਚਨ ਜੋ ਅਸੀਂ ਪੜ੍ਹਿਆ ਸੀ ਨਾ, ਕਿ ਜਿਹੜਾ ਬੰਦਾ ਉਹ ਇਸ ਵਚਨ ਨੂੰ ਪੜ੍ਹੇ, ਸੁਣੇ ਅਤੇ ਕਹਿੰਦਾ ਉਹ ਕਾਬਿਲ ਅਤੇ ਹਰ ਭਲੇ ਕੰਮ ਦੇ ਲਈ ਤਿਆਰ ਹੋਵੇ, ਔਰ ਪਰਮੇਸ਼ਰ ਦੇ ਕੰਮਾਂ ਨਾਲੋਂ ਵੱਡਾ ਭਲਾ ਕੰਮ ਕੋਈ ਨਹੀਂ ਆ। ਔਰ ਜੇ ਤੁਸੀਂ ਹਜੇ ਤੱਕ ਉਸ ਭਲੇ ਕੰਮ ਦੇ ਲਈ ਤਿਆਰ ਨਹੀਂ ਹੋਏ, ਇਹਦਾ ਮਤਲਬ ਤੁਸੀਂ ਸਿਰਫ ਸੁਣਿਆ ਹੀ ਆ, ਨਾ ਤਾਂ ਗ੍ਰਹਿਣ ਕੀਤਾ ਔਰ ਨਾ ਹੀ ਅਮਲ ਕੀਤਾ, ਨਾ ਹੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਸ ਵਚਨ ਦੀ ਗਹਿਰਾਈ ਕੀ ਸੀ। ਕਿਉਂਕਿ ਜੇ ਤੁਹਾਨੂੰ ਸਮਝ ਹੁੰਦੀ ਤਾਂ ਤੁਸੀਂ ਪ੍ਰਭੂ ਦੇ ਕੰਮ ਕਰ ਵੀ ਸਕਦੇ ਸੀ, ਕਿਉਂਕਿ ਵਚਨ ਕਹਿੰਦਾ ਕਿਉਂ ਜੋ ਬਹੁਤ ਚਿਰ ਹੋਣ ਕਰਕੇ, ਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਹਾਨੂੰ ਸੁਣਦਿਆਂ ਨੂੰ, ਤੁਹਾਨੂੰ ਤਾਂ ਉਪਦੇਸ਼ਕ ਹੋਣਾ ਚਾਹੀਦਾ ਸੀ, ਹੁਣ ਤੱਕ ਤੁਹਾਨੂੰ ਬਣ ਜਾਣਾ ਚਾਹੀਦਾ ਸੀ, ਪਰ ਕਹਿੰਦਾ ਤੁਹਾਨੂੰ ਫਿਰ ਵੀ ਲੋੜ ਆ, ਭਾਵੇਂ ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ, ਪਰ ਤੁਹਾਨੂੰ ਹਜੇ ਵੀ ਲੋੜ ਆ ਕਿ ਕੋਈ ਤੁਹਾਨੂੰ ਪਰਮੇਸ਼ਰ ਦੇ ਵਚਨਾਂ ਨੂੰ ਫਿਰ ਤੋਂ ਸਿਖਾਵੇ, ਤੁਹਾਨੂੰ ਉਹ ਮਤਲਬ ਸਮਝਾਵੇ ਜੋ ਵਚਨ ਦਾ ਅਸਲੀ ਮਤਲਬ ਆ। ਕਿ ਵਚਨ ਇੱਕ ਕਿਤਾਬ ਨਹੀਂ ਹੈ ਜਿਹਨੂੰ ਸਿਰਫ ਪੜ੍ਹਨਾ ਹੈ ਅਤੇ ਛੱਡ ਦੇਣਾ ਆ। ਇਹ ਜੋ ਵਚਨ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਤਾੜਨ, ਸੁਧਾਰਨ ਅਤੇ ਸਾਡੇ ਸੁਧਾਰ, ਸਾਡੀ ਸਿੱਖਿਆ, ਸਾਡੇ ਧਾਰਮਿਕਤਾ ਦੇ ਵਿੱਚ ਵਧਣ ਦੇ ਲਈ ਆ, ਤਾਂ ਜੋ ਅਸੀਂ ਕਾਬਿਲ ਹੋ ਜਾਈਏ, ਸੰਸਾਰ ਦੇ ਕਾਬਿਲ ਨਹੀਂ, ਪਰਮੇਸ਼ਰ ਦੇ ਕਾਬਿਲ, ਭਲੇ ਕੰਮਾਂ ਦੇ ਲਈ ਨਿਕਲੀਏ, ਸੰਸਾਰਿਕ ਭਲੇ ਕੰਮ ਨਹੀਂ, ਪਰਮੇਸ਼ਰ ਦੇ ਭਲੇ ਕੰਮਾਂ ਦੇ ਲਈ। ਕਹਿੰਦਾ ਜੇ ਤੁਸੀਂ ਲੰਮੇ ਸਮੇਂ ਤੋਂ ਬਾਅਦ ਵੀ ਪਰਮੇਸ਼ਰ ਦੇ ਕੰਮਾਂ ਦੇ ਲਈ ਨਹੀਂ ਨਿਕਲੇ ਆ, ਇਹਦਾ ਮਤਲਬ ਗਿਆਨ ਤੁਹਾਡੇ ਅੰਦਰ ਨਹੀਂ ਆ, ਤੇ ਤੁਹਾਨੂੰ ਲੋੜ ਆ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਹਜੇ ਤੱਕ ਕਹਿੰਦਾ ਤੁਸੀਂ ਉਸ ਚੀਜ਼ ਦੇ ਪਿੱਛੇ ਭੱਜ ਰਹੇ ਆ ਜਿਹੜੀ ਸੰਸਾਰਿਕ ਆ। ਕਹਿੰਦਾ ਤੁਸੀਂ ਅੰਨ ਦੀ ਨਹੀਂ ਪਰ ਦੁੱਧ ਦੀ ਲੋੜ ਪਿੱਛੇ ਭੱਜ ਰਹੇ ਆ। ਮਤਲਬ ਕਹਿੰਦਾ ਤੁਸੀਂ ਉਸ ਭੋਜਨ ਨੂੰ ਨਹੀਂ ਖਾਣਾ ਚਾਹੁੰਦੇ ਜਿਹਨੂੰ ਖਾ ਕੇ ਤੁਸੀਂ ਭੁੱਖੇ ਪਿਆਸੇ ਨਾ ਰਹੋ, ਪਰ ਕਹਿੰਦਾ ਸੰਸਾਰਿਕ ਭੋਜਨ ਪਿੱਛੇ ਤੁਸੀਂ ਪਏ ਹੋਏ ਆ, ਜਿਹੜਾ ਅੱਜ ਖਾਦਾ ਅਤੇ ਸ਼ਾਮ ਨੂੰ ਫਿਰ ਨਵੀਂ ਲੋੜ ਆ। ਉਸੇ ਤਰ੍ਹਾਂ ਵਚਨ ਕਹਿੰਦਾ ਲੰਮਾ ਸਮਾਂ ਹੋ ਗਿਆ ਪਰ ਤੁਸੀਂ ਸਿੱਖਿਆ ਨਹੀਂ। ਬਾਈਬਲ ਲਿਖਣ ਦਾ ਮਕਸਦ ਸੀ ਤੁਹਾਨੂੰ ਸਿਖਾਉਣਾ, ਤੁਹਾਨੂੰ ਤਾੜਨਾ, ਤੁਹਾਨੂੰ ਸੁਧਾਰਨਾ। ਨਾ ਤੁਸੀਂ ਸੁਧਰੇ, ਨਾ ਤੁਸੀਂ ਸਿੱਖਿਆ, ਨਾ ਤੁਸੀਂ ਅਮਲ ਕੀਤਾ। ਬਹੁਤਾ ਲੰਮਾ ਸਮਾਂ ਸਿਰਫ ਸੁਣ ਕੇ ਉਸ ਸਮੇਂ ਨੂੰ ਵੀ ਔਰ ਵਚਨਾਂ ਨੂੰ ਵੀ ਤੁਸੀਂ ਵੇਸਟ ਕਰਕੇ ਜਾਣਿਆ। ਤੁਸੀਂ ਸਿਰਫ ਇੱਕ ਮਕਸਦ, ਇੱਕ ਜੌਬ ਪੂਰੀ ਕੀਤੀ ਕਿ ਮੇਰਾ ਕੰਮ ਸੀ ਮੈਂ ਸੁਣਨਾ ਆ, ਪਰ ਪੂਰਾ ਨਹੀਂ ਕੀਤਾ। ਪਰ ਵਚਨ ਇਸੇ ਲਈ ਨਹੀਂ ਲਿਖਿਆ ਗਿਆ ਕਿ ਤੁਸੀਂ ਸੁਣੋ ਅਤੇ ਉੱਥੇ ਛੱਡ ਦਿਓ। ਪਵਿੱਤਰ ਗ੍ਰੰਥ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ, ਪਵਿੱਤਰ ਆਤਮਾ ਦੇ ਦੁਆਰਾ ਲਿਖਵਾਏ ਹੋਏ ਸ਼ਬਦ ਆ, ਔਰ ਇਹ ਸ਼ਬਦ ਸਿਰਫ ਸੁਣ ਕੇ ਛੱਡਣ ਦੇ ਲਈ ਨਹੀਂ, ਸਾਡੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਔਰ ਬਦਲਣ ਦੇ ਲਈ ਆ। ਤੇ ਜੇ ਅਸੀਂ ਇਹਨੂੰ ਸੁਣ ਕੇ ਨਾ ਬਦਲਿਆ, ਨਾ ਸੁਧਾਰਿਆ, ਨਾ ਯਾਦ ਰੱਖਿਆ, ਨਾ ਅਮਲ ਕੀਤਾ, ਤਾਂ ਸਾਡਾ ਸੁਣਨਾ ਵਿਅਰਥ ਆ। ਜੇ ਬਹੁਤ ਲੰਮਾ ਸਮਾਂ ਹੋਣ ਦੇ ਬਾਅਦ ਵੀ ਅੱਜ ਵੀ ਅਸੀਂ ਸਿਰਫ ਸਿੱਖ ਹੀ ਰਹੇ ਹਾਂ ਪਰ ਸਿਖਾਉਣ ਯੋਗ ਨਹੀਂ ਹੋਏ, ਇਹਦਾ ਮਤਲਬ ਅਸੀਂ ਬਹੁਤ ਪਿੱਛੇ ਚੱਲ ਰਹੇ ਹਾਂ। ਸਾਨੂੰ ਚਾਹੀਦਾ ਕਿ ਅਸੀਂ ਸਿਖਾਉਣ ਵਾਲੇ ਹੋਈਏ, ਅਸੀਂ ਸੁਣਨ ਵਾਲੇ ਨਾ ਪਰ ਸੁਣਾਉਣ ਵਾਲੇ ਹੋਈਏ। ਹਰ ਇੱਕ ਜਨ ਪ੍ਰਭੂ ਦੇ ਕੰਮ ਦੇ ਲਈ ਹੱਥ ਵਧਾਵੇ, ਹਰ ਇੱਕ ਪਰਸਨ ਆਪਣੇ ਆਪ ਨੂੰ ਪਰਫੈਕਟ ਕਰੇ ਕਿ ਮੈਂ ਉਹ ਕੰਮ ਕਰਾਂ ਜਿਹੜੇ ਮੇਰੇ ਪਰਮੇਸ਼ਰ ਨੂੰ ਪਸੰਦ ਆ। ਔਰ ਜਦ ਤੁਸੀਂ ਅਜਿਹੇ ਕੰਮ ਕਰੋਗੇ ਤਾਂ ਪਰਮੇਸ਼ਰ ਦਾ ਆਤਮਾ ਪ੍ਰਸੰਨ ਹੋਵੇਗਾ ਔਰ ਸੱਚਮੁੱਚ ਇਸ ਪਵਿੱਤਰ ਗ੍ਰੰਥ ਦਾ ਲਿਖਣਾ ਸਿੱਧ ਹੋ ਜਾਵੇਗਾ। ਕਿਉਂਕਿ ਜਿਹੜਾ ਲਿਖਿਆ ਗਿਆ ਉਹ ਮੰਨਣ ਦੇ ਲਈ ਲਿਖਿਆ ਗਿਆ ਆ, ਸਿਰਫ ਕਹਾਣੀ ਨਹੀਂ ਹੈ ਜਿਹਨੂੰ ਇੱਕ ਵਾਰ ਅਸੀਂ ਪੜ੍ਹਿਆ ਔਰ ਫਿਰ ਉੱਥੇ ਰੱਖ ਦਿੱਤੀ ਔਰ ਕੱਲ੍ਹ ਤੋਂ ਨਵੀਂ ਕਹਾਣੀ ਪੜ੍ਹਾਂਗੇ। ਇਸ ਲਈ ਵਚਨਾਂ ਨੂੰ ਪੜ੍ਹਨਾ ਅਤੇ ਅਮਲ ਕਰਨਾ ਸ਼ੁਰੂ ਕਰੋ।
ਲਿਖਣ ਵਾਲੇ ਨੇ ਵੀ ਆਪਣਾ ਫਰਜ਼ ਪੂਰਾ ਕਰਤਾ, ਸੁਣਾਉਣ ਵਾਲੇ ਨੇ ਵੀ ਕਰ ਦਿੱਤਾ। ਹੁਣ ਸੁਣਨ ਵਾਲੇ ਦੇ ਫਰਜ਼ ਬਾਕੀ ਨੇ। ਅੱਜ ਸੁਣਨ ਵਾਲੇ ਆਪਣੇ ਆਪ ਨਾਲ, ਆਪਣੇ ਪਰਮੇਸ਼ਰ ਦੇ ਨਾਲ ਪ੍ਰੋਮਿਸ ਕਰਨ ਕਿ ਖੁਦਾਵੰਦ ਅੱਜ ਤੋਂ ਮੈਂ ਸਿਰਫ ਸੁਣਨ ਵਾਲਾ ਨਹੀਂ ਪਰ ਅਮਲ ਕਰਨ ਵਾਲਾ ਹੋਵਾਂਗਾ। ਜਿਸ ਮਕਸਦ ਲਈ ਇਹ ਪਵਿੱਤਰ ਵਚਨ ਲਿਖੇ ਗਏ ਆ ਉਹ ਮਕਸਦ ਨੂੰ ਮੈਂ ਪੂਰਾ ਕਰਾਂਗਾ। ਔਰ ਸੱਚਮੁੱਚ ਅੱਜ ਤੋਂ ਮੈਂ ਤੇਰੇ ਕੰਮਾਂ ਦੇ ਲਈ ਨਿਕਲਾਂਗਾ, ਆਪਣੇ ਹੱਥ ਵਧਾਵਾਂਗਾ, ਆਪਣੇ ਦਿਮਾਗ ਤੇ ਪ੍ਰੈਸ਼ਰ ਪਾਵਾਂਗਾ, ਤੇਰੇ ਗਹਿਰੇ ਭੇਤਾਂ ਨੂੰ ਸਮਝਾਂਗਾ ਔਰ ਬਹੁਤਿਆਂ ਨੂੰ ਸਮਝਾਵਾਂਗਾ। ਹਾਲੇਲੂਇਆ। ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਪ੍ਰਭੂ ਜੀ। ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ, ਅੱਜ ਦੀ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਪਿਤਾ, ਔਰ ਖਾਸ ਕਰਕੇ ਧੰਨਵਾਦ ਕਰਦੇ ਖੁਦਾਵੰਦ ਅੱਜ ਦੇ ਇਹਨਾਂ ਅਨਮੋਲ ਵਚਨਾਂ ਦੇ ਲਈ ਪ੍ਰਭੂ ਜੀ, ਜੋ ਅੱਜ ਦੇ ਖਾਸ ਵਚਨਾਂ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ ਖੁਦਾਵੰਦ ਕਿ ਤੁਸੀਂ ਸਾਨੂੰ ਪਾਪ ਦੀ ਗੁਲਾਮੀ ਚੋਂ ਬਾਹਰ ਕੱਢਣ ਦੇ ਲਈ, ਸਿਖਾਉਣ ਦੇ ਲਈ, ਸੁਧਾਰਨ ਦੇ ਲਈ ਔਰ ਤਾੜਨ ਦੇ ਲਈ ਇਸ ਪਵਿੱਤਰ ਗ੍ਰੰਥ ਨੂੰ ਲਿਖਿਆ। ਖੁਦਾਵੰਦ ਸੱਚਮੁੱਚ ਅੱਜ ਦੇ ਪਵਿੱਤਰ ਵਚਨ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ ਕਿ ਜਿਹੜਾ ਪਾਪ ਕਰਦਾ ਆ ਉਹ ਪਾਪ ਦਾ ਗੁਲਾਮ ਹੈ ਔਰ ਪਰਮੇਸ਼ਰ ਦੇ ਸਵਰਗ ਦਾ ਅਧਿਕਾਰੀ ਨਾ ਹੋਵੇਗਾ। ਖੁਦਾਵੰਦ ਅੱਜ ਜਿੰਨੇ ਵੀ ਭੈਣ ਭਾਈ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਨੇ ਖੁਦਾਵੰਦ, ਹਰ ਇੱਕ ਜਨ ਤੋਂ ਜਾਣੇ ਅਤੇ ਅਣਜਾਣੇ ਦੇ ਵਿੱਚ ਹੋਏ ਗਲਤੀਆਂ, ਗੁਨਾਹ, ਪਾਪ ਅਤੇ ਅਪਰਾਧ ਨੂੰ ਮਾਫ ਕਰੋ ਪਿਤਾ ਜੀ। ਆਪਣੇ ਕੰਮਾਂ ਦੇ ਲਈ ਇਹਨਾਂ ਨੂੰ ਚੁਣੋ ਅਤੇ ਆਪਣੇ ਨਾਮ ਦੀ ਮਹਿਮਾ ਵਡਿਆਈ ਦੇ ਵੱਲ ਲੈ ਚਲੋ ਪਿਤਾ ਪਰਮੇਸ਼ਰ। ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫ ਕਰਦੇ ਹੋਏ ਪਿਤਾ ਪਰਮੇਸ਼ਰ ਸੱਚ ਦੀ ਰੋਸ਼ਨੀ ਨੂੰ ਇਹਨਾਂ ਦੇ ਉੱਤੇ ਪ੍ਰਗਟ ਕਰੋ ਪਿਤਾ, ਤਾਂ ਜੋ ਇੱਕ ਆਗਿਆਕਾਰ ਪੁੱਤਰ ਦੀ ਤਰ੍ਹਾਂ ਉਸ ਪਵਿੱਤਰ ਭਵਨ, ਪਵਿੱਤਰ ਘਰ ਦੇ ਵਿੱਚ ਹਿੱਸੇਦਾਰ ਹੋ ਸਕਣ। ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਹਰ ਪ੍ਰਕਾਰ ਦੇ ਗੰਦਮੰਦ ਅਤੇ ਵੈਰ ਵਿਰੋਧ ਤੋਂ ਦੂਰ ਹੋ ਜਾਓ। ਖੁਦਾਵੰਦ ਸਾਡੇ ਮਨਾਂ ਦੇ ਵਿੱਚ ਜੋ ਇਨਸਾਨੀ ਸੋਚਾਂ ਅਤੇ ਵੈਰ ਵਿਰੋਧ, ਈਰਖਾ, ਜਲਸੀ, ਕ੍ਰੋਧ ਹੈ ਪਿਤਾ ਪਰਮੇਸ਼ਰ, ਉਹਨਾਂ ਸਾਰੇ ਹੀ ਗੰਦੇ ਬੁਰੇ ਵਿਚਾਰਾਂ ਤੋਂ, ਸਾਰੀ ਗਲਤ ਸੰਗਤੀ ਤੋਂ, ਮੁਖਾਲੀਆਂ ਦੀ ਮੰਡਲੀ ਤੋਂ ਸਾਡੇ ਮਨ ਨੂੰ ਬੁਰੇ ਵਿਚਾਰਾਂ ਤੋਂ ਬਚਾ ਲਓ ਪਿਤਾ ਜੀ, ਬਖਸ਼ ਲਓ ਪਿਤਾ ਪਰਮੇਸ਼ਰ, ਦੂਰ ਕਰੋ ਖੁਦਾਵੰਦ। ਤੁਹਾਡੇ ਰੂਹ ਦੇ ਪਹਿਰੇਦਾਰ ਸਾਡੀ ਮਦਦ, ਸਹਾਇਤਾ ਤੇ ਅਗਵਾਈ ਕਰਨ। ਬੀਜਿਆ ਹੋਇਆ ਬੀਜ ਜੋ ਸਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਬੀਜਿਆ ਗਿਆ ਪਿਤਾ, ਇਹ ਸੱਚਮੁੱਚ ਸਾਡੀਆਂ ਨੂੰ ਜਾਨਾਂ ਨੂੰ ਬਚਾਵੇ ਪਿਤਾ ਪਰਮੇਸ਼ਰ। ਔਰ ਸੱਚਮੁੱਚ ਅਸੀਂ ਇਸ ਵਚਨ ਨੂੰ ਕਬੂਲ ਕਰੀਏ ਖੁਦਾਵੰਦ ਔਰ ਇਸ ਬੀਜ ਦੀ ਹਿਫਾਜ਼ਤ ਕਰੀਏ, ਕਿਤੇ ਇਹ ਬੀਜ ਸਾਡੇ ਅੰਦਰ ਸੁੱਕ ਨਾ ਜਾਵੇ ਪਿਤਾ, ਕਿਤੇ ਇਹ ਜੜ ਨਾ ਫੜੇ ਅਤੇ ਕੰਡਿਆਲੀ ਇਹਨੂੰ ਦਬਾ ਲਵੇ, ਪਰ ਅਸੀਂ ਤੁਹਾਡੇ ਪਵਿੱਤਰ ਜਲ ਦੇ ਨਾਲ ਪਿਤਾ ਇਹਦੀ ਸਿੰਜਣਾ ਕਰੀਏ ਪਿਤਾ ਪਰਮੇਸ਼ਰ, ਤਾਂ ਕਿ ਇੱਕ ਵ੍ਰਿਸ਼ ਬਣੇ ਔਰ ਫਲਦਾਰ ਹੋਵੇ, ਇਹਦੇ ਫਲਾਂ ਦੇ ਨਾਲ ਸਾਡਾ ਪੂਰਾ ਘਰਾਣਾ ਬਖਸ਼ ਦਿੱਤਾ ਜਾਵੇ। ਸਾਡੇ ਸਾਰੇ ਗਲਤੀਆਂ ਗੁਨਾਹ ਮਾਫ ਕਰ ਦਿੱਤੇ ਜਾਣ ਔਰ ਅਸੀਂ ਤੁਹਾਡੇ ਇਸ ਪਵਿੱਤਰ ਵਚਨ ਨੂੰ ਨਮਰਤਾ ਦੇ ਨਾਲ ਕਬੂਲ ਕਰੀਏ। ਅਸੀਂ ਅੱਜ ਤੋਂ ਇਹਨਾਂ ਵਚਨਾਂ ਨੂੰ ਸਿਰਫ ਸੁਣਨ ਵਾਲੇ ਨਾ ਹੋਈਏ ਖੁਦਾਵੰਦ, ਪਰ ਅਮਲ ਕਰਨ ਵਾਲੀ ਹੋਈਏ ਪ੍ਰਭੂ ਜੀ। ਅਸੀਂ ਸਿਰਫ ਸੁਣ ਕੇ ਉੱਥੇ ਛੱਡਣ ਵਾਲੇ ਨਾ ਹੋਈਏ, ਪਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਵਚਨ ਸਦਾ ਲਈ ਠਹਿਰ ਜਾਣ ਪਿਤਾ। ਸਾਡੇ ਰੂਹ ਜਿਸਮ ਜਾਨ ਵਿੱਚ ਇਹ ਕਬਜ਼ਾ ਵਾਸ ਕਰਨ ਪ੍ਰਭੂ ਜੀ। ਤੁਹਾਡਾ ਆਤਮਾ ਬਲੈਸ ਕਰੇ, ਆਸ਼ੀਸ਼ਿਤ ਕਰੇ, ਚੰਗਾ ਕਰੇ ਖੁਦਾਵੰਦ। ਅੱਜ ਤੋਂ ਅਸੀਂ ਸਿਰਫ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਨਾ ਹੋਈਏ, ਪਰ ਅਮਲ ਕਰਨ ਵਾਲੇ ਹੋਈਏ ਪਿਤਾ ਪਰਮੇਸ਼ਰ, ਕਿਉਂਕਿ ਸਾਰਾ ਹੀ ਪਵਿੱਤਰ ਗ੍ਰੰਥ ਸਾਨੂੰ ਪਾਪੀਆਂ ਨੂੰ ਮਾਫ ਕਰਨ ਦੇ ਲਈ, ਸਿਖਾਉਣ ਦੇ ਲਈ, ਤਾੜਨ, ਸੁਧਾਰਨ ਦੇ ਲਈ ਔਰ ਧਾਰਮਿਕਤਾ ਦੀ ਸਿੱਖਿਆ ਦੇਣ ਦੇ ਲਈ ਲਿਖਿਆ ਗਿਆ, ਤਾਂ ਜੋ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇੱਕ ਕਾਬਿਲ ਅਤੇ ਭਲੇ ਕੰਮਾਂ ਦੇ ਲਈ ਤਿਆਰ ਕੀਤੇ ਜਾਈਏ। ਪਰ ਸੱਚਮੁੱਚ ਮਾਫ ਕਰਨਾ ਮਹਾਨ ਪਿਤਾ ਕਿ ਅੱਜ ਤੱਕ ਅਸੀਂ ਕਿਸੇ ਵੀ ਭਲੇ ਕੰਮ ਦੇ ਵਿੱਚ ਹੱਥ ਨਾ ਪਾਇਆ, ਅਸੀਂ ਤੁਹਾਡੇ ਕੰਮਾਂ ਦੇ ਵਿੱਚ ਨਾ ਵਧੇ, ਅਸੀਂ ਤੁਹਾਡੇ ਰਾਹ ਤੋਂ ਦੂਰ ਭੱਜੇ, ਪਰ ਸੰਸਾਰ ਦੇ ਵਿੱਚ ਪਿਤਾ ਉਸ ਸਾਰੀ ਸੰਸਾਰਿਕ ਚੀਜ਼ਾਂ ਦੀ ਦੌੜ ਪਿੱਛੇ ਲੱਗ ਗਏ ਪਿਤਾ, ਪਰ ਤੁਹਾਡੀ ਸਿੱਖਿਆ, ਤਾੜਨ, ਸੁਧਾਰਨ ਨੂੰ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਵਿਸਾਰ ਦਿੱਤਾ ਪਿਤਾ ਪਰਮੇਸ਼ਰ। ਅੱਜ ਹਰ ਇੱਕ ਮਨ ਦੇ ਉੱਤੇ, ਹਰ ਇੱਕ ਸਰੀਰ ਉੱਤੇ, ਹਰ ਇੱਕ ਆਤਮਾ ਦੇ ਉੱਤੇ ਤੁਹਾਡਾ ਕਬਜ਼ਾ ਵਾਸ ਹੋਵੇ। ਜੋ ਵੀ ਸੁਣੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰੇ, ਤੁਹਾਡੇ ਵਚਨਾਂ ਦੇ ਉੱਤੇ ਚੱਲੇ ਅਤੇ ਇਹਨਾਂ ਵਚਨਾਂ ਨੂੰ ਫੋਲੋ ਕਰਨ ਵਾਲਾ ਹੋ ਜਾਵੇ ਖੁਦਾਵੰਦ। ਹਰ ਇੱਕ ਭਲੇ ਕੰਮ ਦੇ ਲਈ ਤਿਆਰ ਕੀਤਾ ਜਾਵੇ ਪਿਤਾ। ਇਹ ਅੱਜ ਹੀ ਤੁਹਾਡੇ ਨਾਮ ਦੇ ਵਿੱਚ ਉਪਦੇਸ਼ਕ ਹੋਣ ਪਿਤਾ ਜੀ। ਬਹੁਤ ਸਾਰੇ ਜਨ ਤੁਹਾਡੇ ਨਾਮ ਦੇ ਲਈ, ਸੁਸਮਾਚਾਰ ਦੇ ਲਈ ਨਿਕਲਣ ਪਿਤਾ, ਤੁਹਾਡੇ ਵਚਨਾਂ ਦਾ ਪ੍ਰਚਾਰ ਕਰਨ ਵਾਲੇ ਹੋ ਜਾਣ ਪਿਤਾ ਪਰਮੇਸ਼ਰ। ਹਰ ਖੁਦਾਵੰਦ ਅੱਜ ਤੋਂ ਇਹ ਸੰਸਾਰਿਕ ਚੀਜ਼ਾਂ ਦੇ ਲਈ ਦੁਆਵਾਂ ਨਾ ਕਰਨ, ਪਰ ਆਤਮਿਕ ਫਲਾਂ ਦੇ ਵਿੱਚ ਮਿਲੇ ਰਹਿਣ ਪਿਤਾ, ਆਤਮਿਕ ਚੀਜ਼ਾਂ ਨੂੰ ਪ੍ਰਾਪਤ ਕਰਨ ਪ੍ਰਭੂ ਜੀ। ਅੱਜ ਤੋਂ ਤੁਹਾਡੇ ਵਚਨ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਸੱਚਮੁੱਚ 1000 ਗੁਣਾ ਪ੍ਰਤੀਫਲ ਲੈ ਕੇ ਆਉਣ। ਕੋਈ ਵੀ ਸ਼ੈਤਾਨੀ ਸ਼ਕਤੀ ਇਹਨਾਂ ਨੂੰ ਚੁਰਾ ਨਾ ਸਕੇ ਪਿਤਾ ਪਰਮੇਸ਼ਰ। ਇਹ ਉਸ ਰੋਟੀ ਦੀ ਤਲਾਸ਼ ਕਰਨ ਜਿਹਨੂੰ ਖਾ ਕੇ ਕਦੇ ਵੀ ਭੁੱਖੇ ਔਰ ਪਿਆਸੇ ਨਾ ਰਹਿਣ ਖੁਦਾਵੰਦ। ਇਹ ਸੱਚਮੁੱਚ ਤੁਹਾਡੇ ਮੁੱਢਲੇ ਵਚਨਾਂ ਦੇ ਸਿਧਾਂਤਾਂ ਨੂੰ ਫਿਰ ਤੋਂ ਸਮਝਣ ਅਤੇ ਸਿੱਖਣ ਪਿਤਾ ਪਰਮੇਸ਼ਰ, ਔਰ ਕੋਈ ਵੀ ਸ਼ੈਤਾਨੀ ਸ਼ਕਤੀ ਇਹਨਾਂ ਦੇ ਦਿਮਾਗ ਦੇ ਉੱਤੇ, ਅੱਖਾਂ ਦੇ ਉੱਤੇ, ਬੁੱਧ ਦੇ ਉੱਤੇ ਪਰਦਾ ਨਾ ਪਾ ਸਕੇ, ਪਰ ਤੁਹਾਡੀ ਸੱਚੀ ਰੋਸ਼ਨੀ ਇਹਨਾਂ ਦੇ ਉੱਤੇ ਹੋਵੇ ਪਿਤਾ, ਤਾਂ ਜੋ ਇਹ ਵਚਨਾਂ ਨੂੰ ਸੁਣਨ, ਗ੍ਰਹਿਣ ਕਰਨ, ਕਬੂਲ ਕਰਨ ਅਤੇ ਅਮਲ ਕਰਕੇ ਆਪਣੇ ਆਪ ਨੂੰ ਕਾਬਿਲ ਅਤੇ ਭਲੇ ਕੰਮਾਂ ਦੇ ਲਈ ਤਿਆਰ ਕਰਨ। ਅੱਜ ਤੋਂ ਜੋ ਵੀ ਭੈਣ ਭਾਈ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ 'ਚ ਬੈਠੇ, ਤੁਹਾਡੇ ਵਚਨ ਉਹਨਾਂ ਦੇ ਅੰਦਰ ਅਜਿਹੇ ਵਸਣ ਕਿ ਕੋਈ ਕੰਡਿਆਲੀ, ਕੋਈ ਸ਼ੈਤਾਨੀ ਸ਼ਕਤੀ ਉਹਨਾਂ ਨੂੰ ਚੁਰਾ ਨਾ ਸਕੇ
ਖੁਦਾਵੰਦ ਜਿਨੇ ਵੀ ਭੈਣ ਭਾਈ ਅੱਜ ਦੇ ਦਿਨ ਦੇ ਵਿੱਚ ਵੀ ਫਾਸਟਿੰਗ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਨੇ ਖੁਦਾਵੰਦ। ਇਸ 7 ਦਿਨ ਦੀ ਫਾਸਟਿੰਗ ਦੇ ਵਿੱਚ ਜੋ ਵੀ ਭੈਣ ਭਾਈ ਆਪਣੇ ਆਪ ਨੂੰ ਵਰਤ ਭਾਵਨਾ ਦੇ ਵਿੱਚ ਰੱਖੇ ਖੁਦਾਵੰਦ, ਵੱਡੇ ਅਤੇ ਅਚਰਜ ਕੰਮ ਇਹਨਾਂ ਦੀਆਂ ਜ਼ਿੰਦਗੀਆਂ 'ਚ ਕੀਤੇ ਜਾਣ। ਇਸ ਵਰਤ ਦਾ ਪ੍ਰਤੀਫਲ ਇਹਨਾਂ ਦੀ ਜ਼ਿੰਦਗੀ 'ਚ ਬਹੁਤਾਇਤ ਦੇ ਨਾਲ ਉਤਰੇ ਖੁਦਾਵੰਦਾ। ਕੋਈ ਵੀ ਸ਼ੈਤਾਨੀ ਸ਼ਕਤੀ ਇਸ ਵਰਤ ਦੇ ਪ੍ਰਤੀਫਲ ਨੂੰ ਇਹਨਾਂ ਤੋਂ ਚੁਰਾ ਨਾ ਸਕੇ, ਵਰਤ ਦੇ ਸਮੇਂ ਇਹਨਾਂ ਨੂੰ ਦੁਖੀ ਪਰੇਸ਼ਾਨ ਨਾ ਕਰ ਸਕੇ ਪਿਤਾ। ਪਰ ਸੱਚਮੁੱਚ ਇਹ 7 ਦਿਨ ਦੀ ਫਾਸਟਿੰਗ ਦੇ ਵਿੱਚ ਇਹ ਸਾਮਰਥ ਅਤੇ ਅਨੁਗ੍ਰਹਿ ਨੂੰ ਗ੍ਰਹਿਣ ਕਰਨ, ਤੁਹਾਡੀ ਬੌਲਾਟ ਨੂੰ ਪਹਿਚਾਨ ਸਕਣ ਪਿਤਾ। ਔਰ ਸੱਚਮੁੱਚ ਉਹਨਾਂ ਸਾਰੇ ਵੱਡੇ ਅਤੇ ਭਲੇ ਕੰਮਾਂ ਦੇ ਲਈ ਤਿਆਰ ਕੀਤੇ ਜਾਣ ਜਿਨ੍ਹਾਂ ਕੰਮਾਂ ਦੇ ਲਈ ਤੁਸੀਂ ਇਹਨਾਂ ਨੂੰ ਇਸ ਧਰਤੀ ਤੇ ਭੇਜਿਆ ਪਿਤਾ। ਆਪਣੀ ਬੁਲਾਹਟ ਨੂੰ, ਆਪਣੀ ਸਾਮਰਥ ਨੂੰ ਇਹਨਾਂ ਸਾਰਿਆਂ ਦੇ ਉੱਤੇ ਬਹੁਤਾਇਤ ਦੇ ਨਾਲ ਪ੍ਰਗਟ ਕਰੋ ਪ੍ਰਭੂ ਜੀ। ਤੁਹਾਡੀ ਦਇਆ, ਕਿਰਪਾ, ਆਸ਼ੀਸ਼, ਬਰਕਤ ਨੂੰ ਸਵਰਗ ਰਾਜ ਵਿੱਚੋਂ ਰਿਲੀਜ਼ ਕਰ ਦਿਓ ਪਰਮੇਸ਼ਰ ਪਿਤਾ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੇਨ, ਆਮੇਨ, ਆਮੇਨ। ਅੱਜ ਦੇ ਦਿਨ ਦੇ ਵਿੱਚ 2 ਖਾਸ ਨੋਟਿਸ ਤੁਹਾਨੂੰ ਦੇਣੇ ਸੀ ਔਰ ਉਹ ਬਹੁਤ ਧਿਆਨ ਦੇ ਨਾਲ ਸੁਣਨਾ। ਸਭ ਤੋਂ ਪਹਿਲੀ ਇਨਫੋਰਮੇਸ਼ਨ ਤਾਂ ਇਹ ਸੀ ਕਿ ਪ੍ਰੇਅਰ ਲਾਈਨ ਦਾ ਸਮਾਂ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਹੈ। ਔਰ ਇਹ ਸਿਰਫ ਲਿਖਿਆ ਹੀ ਨਹੀਂ ਗਿਆ, ਅਸਲ ਵਿੱਚ ਵੀ ਇਹ ਚੀਜ਼ ਨੂੰ ਫੋਲੋ ਜ਼ਰੂਰ ਕਰੋ ਕਿਉਂਕਿ ਮੈਂ ਇਸ ਚੀਜ਼ ਨੂੰ ਬਹੁਤ ਫੇਸ ਕਰ ਰਹੀ ਹਾਂ ਕਿ ਮੈਨੂੰ ਰਾਤ ਨੂੰ ਵੀ 12 ਵਜੇ ਤੱਕ ਫੋਨ ਆਉਂਦੇ ਰਹਿੰਦੇ ਔਰ ਸਵੇਰ ਵੀ ਤੁਸੀਂ ਫੋਨ ਆਲਮੋਸਟ 5 ਵਜੇ ਤੋਂ ਹੀ ਸ਼ੁਰੂ ਹੋ ਜਾਂਦੇ ਆਉਣੇ ਔਰ 8 ਵਜੇ ਤੱਕ 20-25 ਫੋਨ ਆ ਚੁੱਕੇ। 8 ਹਜੇ ਵੱਜੇ ਵੀ ਨਹੀਂ ਹੁੰਦੇ, ਇੰਨੇ ਫੋਨ ਪਹਿਲਾਂ ਹੀ ਆ ਜਾਂਦੇ ਆ। ਇਸ ਕਰਕੇ ਨਾ ਤਾਂ ਮੈਂ ਉਹ ਫੋਨ ਚੱਕ ਕੇ ਹੀ ਪਾਉਂਦੀ, ਇਸ ਕਰਕੇ ਉਹ ਕੀਤੇ ਦਾ ਵੀ ਕੋਈ ਫਾਇਦਾ ਨਹੀਂ। ਨਾ ਮੈਂ 8 ਵਜੇ ਤੋਂ ਬਾਅਦ ਚੱਕ ਪਾਉਂਦੀ ਹਾਂ ਸ਼ਾਮ ਤੋਂ, ਕਿਉਂਕਿ ਉਸ ਵੇਲੇ ਵੀ ਜੇ ਮੈਂ ਚੱਕਾਂਗੀ ਨਾ ਤੁਹਾਡੇ ਘਰੇ ਦਾ ਕੋਈ ਫਾਇਦਾ ਨਹੀਂ, ਬਲਕਿ ਅਜਿਹਾ ਕਰਕੇ ਤੁਸੀਂ ਖੁਦ ਆਣਾ ਗਿਆ ਕਰ ਹੋ ਰਹੇ ਹੋ। ਇਸ ਕਰਕੇ ਪਲੀਜ਼ ਟਾਈਮਿੰਗ ਦਾ ਜ਼ਰੂਰ ਖਿਆਲ ਰੱਖੋ। ਜਿਹਨੂੰ ਵੀ ਨੰਬਰ ਦੇ ਰਹੇ ਹੋ ਉਹਨੂੰ ਵੀ ਇਹ ਦੱਸੋ ਕਿ ਪ੍ਰੇਅਰ ਲਾਈਨ ਦਾ ਸਮਾਂ ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਹੈ। ਔਰ ਦੂਸਰੀ ਬੇਨਤੀ ਇਹ ਹੈ ਕਿ ਅਸੀਂ ਸਭ ਨੇ ਹੀ ਸਿਸਟਰ ਪਿੰਕੀ ਔਰ ਉਹਨਾਂ ਦੇ ਹਸਬੈਂਡ ਦੇ ਲਈ ਬਹੁਤ ਡੋਨੇਸ਼ਨ ਇਕੱਠੀ ਕੀਤੀ ਸੀ। ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦਾ ਸਾਥ ਦਿੱਤਾ, ਪਰ ਹੁਣ ਉਹਨਾਂ ਦੇ ਹਸਬੈਂਡ ਬਿਲਕੁਲ ਠੀਕ ਨੇ। ਖਾਮਰਾ ਚਰਚ ਉਹਨਾਂ ਦੀ ਸਪੋਰਟ ਕਰ ਰਹੀ ਹੈ। ਇਸ ਕਰਕੇ ਅਗਰ ਉਹ ਸਿਸਟਰ ਤੁਹਾਨੂੰ ਕਿਸੇ ਨੂੰ ਫੋਨ ਕਰ ਰਹੀ ਹੈ ਜਾਂ ਫਿਰ ਪੈਸੇ ਦੇ ਲਈ ਕਹਿ ਰਹੀ ਆ ਤਾਂ ਤੁਸੀਂ ਮੇਰੇ ਤੋਂ ਪੁੱਛੇ ਬਿਨਾਂ ਕਿਸੇ ਨੇ ਉਹਨਾਂ ਨੂੰ ਪੈਸੇ ਨਹੀਂ ਦੇਣੇ। ਅਗਰ ਉਹ ਤੁਹਾਨੂੰ ਫੋਨ ਕਰ ਵੀ ਰਹੀ ਆ ਤਾਂ ਹਰ ਇੱਕ ਪਰਸਨ ਜਿਹਨੂੰ ਵੀ ਫੋਨ ਉਹਦੇ ਵੱਲੋਂ ਆ ਰਿਹਾ ਆ ਉਹਦੇ ਨਾਲ ਗੱਲ ਕਰਨ ਤੋਂ ਬਾਅਦ ਤੁਸੀਂ ਮੈਨੂੰ ਫੋਨ ਕਰਕੇ ਜ਼ਰੂਰ ਦੱਸਣਾ ਆ। ਤੁਸੀਂ ਉਹਨੂੰ ਮੇਰੇ ਤੋਂ ਪੁੱਛੇ ਬਿਨਾਂ ਕੋਈ ਪੈਸਾ ਨਹੀਂ ਦੇਣਾ, ਬਿਕੋਜ਼ ਉਹਦੀ ਸਾਰੀ ਹੈਲਪ ਖਾਮਰਾ ਚਰਚ ਵੱਲੋਂ ਕੀਤੀ ਜਾ ਰਹੀ ਹੈ। ਔਰ ਅਗਰ ਉਹ ਕਿਸੇ ਨੂੰ ਫੋਨ ਕਰ ਰਹੀ ਹੈ ਤਾਂ ਤੁਸੀਂ ਨਾਲ ਦੀ ਨਾਲ ਹੀ ਮੈਨੂੰ ਫੋਨ ਕਰਕੇ ਜ਼ਰੂਰ ਦੱਸਣਾ ਕਿ ਉਹਨਾਂ ਵੱਲੋਂ ਤੁਹਾਨੂੰ ਫੋਨ ਆ ਰਹੇ ਆ। ਅੱਜ ਸ਼ਾਮ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਬੱਚਿਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜੋ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਕਰਦੇ ਔਰ ਨਾ ਹੀ ਉਹਨਾਂ ਦੀ ਆਗਿਆਕਾਰੀ ਕਰਦੇ ਹਨ, ਗਲਤ ਸੰਗਤ ਦੇ ਵਿੱਚ ਨੇ, ਉਹਨਾਂ ਨਾਲ ਲੜਾਈ ਝਗੜਾ ਕਰਦੇ ਨੇ ਜਾਂ ਬੁਰੇ ਸ਼ਬਦ ਉਹਨਾਂ ਨਾਲ ਬੋਲਦੇ ਹਨ। ਤਾਂ ਹਰ ਇੱਕ ਮਾਂ-ਬਾਪ ਆਪਣੇ ਉਹਨਾਂ ਬੱਚਿਆਂ ਦਾ ਨਾਮ ਲਿਖਵਾ ਸਕਦੇ ਹਨ YouTube ਕਮੈਂਟ ਦੇ ਦੁਆਰਾ ਜਾਂ ਫਿਰ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ। ਅਗਰ ਤੁਸੀਂ YouTube ਕਮੈਂਟ ਦੇ ਦੁਆਰਾ ਨਾਮ ਲਿਖਵਾਓਗੇ, ਪਹਿਲਾਂ ਤੁਸੀਂ ਆਪਣੇ ਬੱਚੇ ਦਾ ਨਾਮ, ਫਿਰ ਉਸ ਤੋਂ ਅੱਗੇ ਉਹਨਾਂ ਦੀ ਪ੍ਰੋਬਲਮ ਜ਼ਰੂਰ ਲਿਖਣਾ। ਅਗਰ ਤੁਸੀਂ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਵਾਓਗੇ ਤਾਂ ਨਾਮ ਲਿਖਵਾਉਣ ਦਾ ਸਮਾਂ ਅੱਜ ਦੁਪਹਿਰ 3 ਵਜੇ ਤੱਕ ਦਾ ਹੈ।